They are the people who started the basic infrastructure industries in India. ਇਹ ਉਹ ਲੋਕ ਹਨ ਜਿਨ੍ਹਾਂ ਨੇ ਬੇਸਿਕ ਸਾਜੋ ਸਮਾਨ ਦੀ ਇੰਡਸਟਰੀਜ਼ ਇੰਡੀਆ ਵਿੱਚ ਲਗਾਈਆਂ, such as iron and steel, ਜਿੱਦਾਂ ਲੋਹਾ ਅਤੇ ਇਸਪਾਤ, chemicals ਰਸਾਇਣ, textiles ਕੱਪੜੇ, and locomotives यानी ਆਵਾਜਾਈ ਦੇ ਸਾਧਨ. They have cared for higher education in India since 1900. ਉਹਨਾਂ ਨੇ ਸਨ 1900 ਤੋਂ ਉੱਚ ਸਿੱਖਿਆ ਬਾਰੇ ਬਹੁਤ ਕੁਝ ਕੀਤਾ, and they were responsible for the establishment of the Indian Institute of Science. ਅਤੇ Indian Institute of Science ਨੂੰ ਹੋਂਦ ਵਿੱਚ ਲਿਆਉਣ ਲਈ ਵੀ ਉਹ ਕਾਰਨ ਬਣੇ. Fortunately ਕਿ ਮੇਰੀ ਕਿਸਮਤ ਹੈ, I study there, ਮੈਂ ਉੱਥੇ ਪੜ੍ਹਦੀ ਹਾਂ. But I'm surprised how a company such as Telco is discriminating on the basis of gender. ਪਰ ਮੈਂ ਬਹੁਤ ਹੈਰਾਨ ਹੋਈ ਹਾਂ ਕਿ ਟੈਲਕੋ ਵਰਗੀ ਇੰਨੀ ਵਧੀਆ ਕੰਪਨੀ ਲਿੰਗ ਪੱਖਪਾਤ ਕਿੱਦਾਂ ਕਰ ਸਕਦੀ ਹੈ. I posted the letter and forgot about it. ਮੈਂ ਇਹ ਲੈਟਰ ਪੋਸਟ ਕੀਤੀ ਤੇ ਭੁੱਲ ਭੱਲ ਗਈ ਕਿ ਮੈਂ ਪੋਸਟ ਕੀਤੀ ਸੀ, ਕਿਉਂਕਿ ਮੈਨੂੰ ਯਕੀਨ ਨਹੀਂ ਸੀ ਕਿ ਕੋਈ ਜਵਾਬ ਵੀ ਆਏਗਾ. Less than 10 days later, 10 ਦਿਨਾਂ ਤੋਂ ਵੀ ਘੱਟ ਹੋਏ ਹੋਣੇ ਆ, ਉਸ ਤੋਂ ਬਾਅਦ I received a telegram. ਮੈਂ ਇੱਕ ਟੈਲੀਗ੍ਰਾਮ ਰਿਸੀਵ ਕੀਤੀ stating, ਜਿਹੜੀ ਕਿ ਕਹਿ ਰਹੀ ਸੀ that I had to appear for an interview at Telco's Pune officer at the company's expense. ਕਿ ਉਸ ਨੂੰ ਟੈਲਕੋ ਦੇ ਪੂਨੇ ਆਫਿਸ ਵਿੱਚ ਕੰਪਨੀ ਦੇ ਖਰਚੇ ਤੇ ਇੰਟਰਵਿਊ ਦੇਣ ਲਈ ਬੁਲਾਇਆ ਗਿਆ. I was taken aback by the telegram. Taken aback ਮਤਲਬ ਸਰਪ੍ਰਾਈਜ਼ ਹੋ ਜਾਣਾ, ਹੱਕੇ ਬੱਕੇ ਰਹਿ ਜਾਣਾ. ਓਕੇ, ਉਹਨੂੰ ਕਹਿੰਦੇ taken aback. ਮੈਂ ਉਸ ਟੈਲੀਗ੍ਰਾਮ ਨਾਲ ਹੱਕੀ ਬੱਕੀ ਰਹਿ ਗਈ, ਅਚੰਭਿਤ ਹੋ ਗਈ, ਸਰਪ੍ਰਾਈਜ਼ ਹੋ ਗਈ. ਮਾਈ ਹੋਸਟਲ ਮੇਟਸ ਟੋਲਡ ਮੀ, ਮੇਰੇ ਨਾਲ ਹੋਸਟਲ ਵਿੱਚ ਰਹਿਣ ਵਾਲੀਆਂ ਨੇ told me, ਮੈਨੂੰ ਦੱਸਿਆ that I should use the opportunity to go to Pune free of cost. ਕਿ ਮੈਨੂੰ ਇਹ opportunity ਪੂਨੇ ਜਾਣ ਦੀ ਉਹ ਵੀ free of cost ਅਵੇਲ ਕਰ ਲੈਣੀ ਚਾਹੀਦੀ ਹੈ, ਮੈਨੂੰ ਜਾਣਾ ਚਾਹੀਦਾ ਹੈ. and buy them the famous Pune sarees for cheap. ਅਤੇ ਉਹਨਾਂ ਲਈ ਪੂਨੇ ਦੀ ਜਿਹੜੀ ਫੇਮਸ ਸਾੜੀ ਹੈ, ਜਿਹੜੀ ਬੜੀ ਚੀਪ ਹੈ, ਸਸਤੀ ਹੈ, ਉਹ ਲੈ ਕੇ ਆਣੀ ਚਾਹੀਦੀ ਹੈ. I collected ₹30 each from everyone who wanted a sari. ਮੇਰੀਆਂ ਸਹੇਲੀਆਂ ਜਿਹੜੀਆਂ ਕਿ ਸਾੜੀ ਚਾਹੁੰਦੀਆਂ ਸੀ, ਉਹਨਾਂ ਸਾਰਿਆਂ ਕੋਲ ਮੈਂ 30 ਰੁਪਏ ਜਿਹੜੇ ਕਲੈਕਟ ਕਰ ਲਏ ਕਿ ਮੈਂ ਆਉਂਦਿਆਂ ਸਾੜੀ ਲੈਂਦੀ ਆਵਾਂਗੀ. When I look back, ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ, I feel like laughing at the reason for my going. ਤਾਂ ਮੈਂ ਉੱਥੇ ਜਾਣ ਦੇ ਕਾਰਨ ਨੂੰ ਸੋਚ ਕੇ ਹੱਸਦੀ ਹਾਂ ਕਿ ਮੈਂ ਇਸ ਕਾਰਨ ਕਰਕੇ ਗਈ ਸੀ. But back then they seemed good enough to make the trip. ਪਰ ਉਸ ਜਗ੍ਹਾ ਤੋਂ ਮੁੜਨ ਉਪਰੰਤ ਮੈਨੂੰ ਲੱਗਿਆ ਕਿ ਕਾਫੀ ਅੱਛਾ ਰਿਹਾ ਕਿ ਮੈਂ ਉੱਥੇ ਚਲੇ ਗਈ. It was my first visit to Pune. ਇਹ ਮੇਰੀ ਪੂਨੇ ਵਿੱਚ ਪਹਿਲੀ ਯਾਤਰਾ ਸੀ. I immediately fell in love with the city. ਮੈਨੂੰ ਉਹ ਸਿਟੀ ਇੱਕਦਮ ਹੀ ਬਹੁਤ ਪਿਆਰੀ ਲੱਗਣ ਲੱਗ ਗਈ. To this day it remains dear to me. ਇਸ ਦਿਨ ਤੋਂ ਬਾਅਦ ਇਹ ਹੁਣ ਤੱਕ ਮੇਰੇ ਲਈ ਬਹੁਤ ਹੀ ਪਿਆਰੀ ਹੈ. I feel as much at home in Pune as I do in Hubli, my hometown. ਮੈਂ ਜਿੰਨਾ ਹੁਬਲੀ, ਜੋ ਕਿ ਮੇਰਾ ਹੋਮ ਟਾਊਨ ਹੈ, ਉਹਦੇ ਵਿੱਚ ਰਹਿ ਕੇ ਅੱਛਾ ਮਹਿਸੂਸ ਕਰਦੀ ਹਾਂ, ਮੈਨੂੰ ਪੂਨੇ ਵਿੱਚ ਵੀ ਉਸੇ ਤਰ੍ਹਾਂ ਹੀ ਮਹਿਸੂਸ ਹੋਇਆ. The place changed my life in so many ways. ਇਸ ਜਗ੍ਹਾ ਨੇ ਮੇਰੀ ਜ਼ਿੰਦਗੀ ਕਈ ਤਰੀਕੇ ਨਾਲ ਬਦਲ ਦਿੱਤੀ. As directed, ਜਿੱਦਾਂ ਕਿ ਮੈਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ. I went to Telco's Pimpri office for the interview. ਮੈਂ ਟੈਲਕੋ ਦੇ ਪਿੰਪਰੀ ਆਫਿਸ ਵਿੱਚ ਇੰਟਰਵਿਊ ਦੇਣ ਲਈ ਗਈ. There were 6 people on the panel. ਉਸ ਇੰਟਰਵਿਊ ਪੈਨਲ ਵਿੱਚ 6 ਲੋਕ ਬੈਠੇ ਸਨ. And I realized then that this was a serious business. ਤਾਂ ਉਦੋਂ ਮੈਂ ਮਹਿਸੂਸ ਕੀਤਾ ਕਿ ਇਹ ਇੱਕ ਸੀਰੀਅਸ ਕੰਮ ਹੈ. This is the girl who wrote to JRD. ਇਹ ਉਹੀ ਲੜਕੀ ਹੈ ਜਿਸਨੇ JRD ਨੂੰ ਲਿਖਿਆ ਸੀ. I heard somebody whisper as soon as I entered the room. ਜਦੋਂ ਮੈਂ ਉਸ ਰੂਮ ਵਿੱਚ ਐਂਟਰ ਹੋਈ ਤਾਂ ਮੈਂ ਇਹ ਗੱਲ ਕਿਸੇ ਨੂੰ ਬੁੜਬੁੜਾਉਂਦੇ ਹੋਏ ਕੰਨਾਂ ਵਿੱਚ ਜਾਂ ਹੌਲੀ ਬੋਲਦੇ ਹੋਏ, ਵਿਸਪਰ ਹੁੰਦਾ ਹੌਲੀ ਬੋਲਣਾ, ਕਿਸੇ ਨੂੰ ਇਹ ਵਿਸਪਰਿੰਗ ਕਰਦੇ ਸੁਣਿਆ. By then I knew for sure that I would not get the job. ਉਸ ਵੇਲੇ ਤੱਕ ਮੈਨੂੰ ਪੱਕਾ ਹੋ ਗਿਆ ਸੀ ਕਿ ਇਹ ਜੋਬ ਮੈਨੂੰ ਨਹੀਂ ਮਿਲੇਗੀ. The realization abolished all fears from my mind. So ਕਿਉਂਕਿ ਇਹ ਮੈਨੂੰ ਪੱਕਾ ਹੋ ਗਿਆ ਸੀ, ਅਹਿਸਾਸ ਹੋ ਗਿਆ ਸੀ, ਇਸ ਕਰਕੇ ਮੈਨੂੰ ਹੁਣ ਕੋਈ ਡਰ ਵੀ ਨਹੀਂ ਸੀ. ਇਸ ਅਹਿਸਾਸ ਨੇ ਮੇਰੇ ਸਾਰੇ ਡਰ ਖਤਮ ਕਰ ਦਿੱਤੇ. ਅਬੋਲਿਸ਼ ਹੁੰਦਾ ਖਤਮ ਕਰ ਦੇਣਾ. So I was rather cool. So ਮੈਂ ਹੁਣ ਬਹੁਤ ਸ਼ਾਂਤ ਸੀ. While the interview
interview was being conducted, ਜਦੋਂ ਇੰਟਰਵਿਊ ਲਈ ਜਾ ਰਹੀ ਸੀ, even before the interview started, ਇੰਟਰਵਿਊ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ, I reckoned the panel was biased. ਮੈਂ ਮੰਨ ਲਿਆ ਸੀ ਪਹਿਲਾਂ ਤੋਂ ਹੀ ਕਿ ਜਿਹੜਾ ਪੈਨਲ ਬੈਠਾ ਹੈ ਇੰਟਰਵਿਊ ਲਈ ਉਹ ਸਾਰਾ ਬਾਇਸਡ ਹੈ, ਯਾਨੀ ਪੱਖਪਾਤ ਕਰਨ ਵਾਲਾ ਹੈ. ਸੋ ਆਈ ਟੋਲਡ them rather impolitely. ਇਸ ਕਰਕੇ ਮੈਂ ਤਾਂ ਉਹਨਾਂ ਨੂੰ ਕਹਿ ਦਿੱਤਾ, ਬਲਕਿ ਥੋੜੀ ਸਖਤੀ ਨਾਲ ਹੀ ਕਹਿ ਦਿੱਤਾ, I hope this is only a technical interview. ਮੈਨੂੰ ਲੱਗਦਾ ਕਿ ਇਹ ਸਿਰਫ ਇੱਕ ਟੈਕਨੀਕਲ ਇੰਟਰਵਿਊ ਹੀ ਹੈ. They were taken aback by my rudeness. ਉਹ ਸਾਰੇ ਹੱਕੇ ਬੱਕੇ ਰਹਿ ਗਏ ਮੇਰੀ ਇਸ ਰੂਡਨੈਸ ਨੂੰ ਦੇਖ ਕੇ, ਕੁਰਖਤ ਪੁਣੇ ਨੂੰ ਦੇਖ ਕੇ. ਐਂਡ ਈਵਨ ਟੁਡੇ ਆਈ ਐਮ ਅਸ਼ੇਮਡ ਅਬਾਊਟ ਮਾਈ ਐਟੀਟਿਊਡ. ਤੇ ਅੱਜ ਵੀ ਮੈਂ ਆਪਣੇ ਉਸ ਵਤੀਰੇ ਲਈ ਸ਼ਰਮਿੰਦਾ ਹਾਂ. The panel asked me technical questions and I answered all of them. ਉਸ ਪੈਨਲ ਨੇ ਮੇਰੇ ਕੋਲ ਕੁਝ ਟੈਕਨੀਕਲ ਕੁਐਸਚਨਸ, ਕੁਝ ਤਕਨੀਕੀ ਪ੍ਰਸ਼ਨ ਪੁੱਛੇ ਤੇ ਮੈਂ ਉਹਨਾਂ ਸਾਰਿਆਂ ਦੇ ਜਵਾਬ ਵੀ ਦੇ ਦਿੱਤੇ. Then an elderly gentleman, ਹੁਣ ਇੱਥੇ ਮੈਨ ਲਿਖਿਆ ਹੈਗਾ, ਮੈਨ ਹੈ ਕਿਉਂਕਿ ਐਨ ਲੱਗਿਆ ਨਾ, ਇੱਕ ਬੰਦੇ ਦੀ ਗੱਲ ਹੋ ਰਹੀ ਹੈ, ਸੋ ਇੱਥੇ ਮੈਨ ਆਏਗਾ. Then ਫਿਰ an elderly gentleman, ਇੱਕ ਬਜ਼ੁਰਗ ਵਿਅਕਤੀ ਨੇ with an affectionate voice told me, ਬੜੇ ਹੀ ਸਨੇਹ ਭਾਵ ਵਾਲੀ ਆਵਾਜ਼ ਵਿੱਚ ਮੈਨੂੰ ਕਿਹਾ, do you know why we said lady candidates need not apply? ਕੀ ਤੂੰ ਜਾਣਦੀ ਹੈ ਕਿ ਅਸੀਂ ਕਿਉਂ ਕਿਹਾ ਸੀ ਕਿ ਇਸਤਰੀ ਉਮੀਦਵਾਰਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ ਹੈ? The reason is that, ਕਾਰਨ ਇਹ ਹੈ, we have never employed any ladies on the shop floor, ਕਿ ਅਸੀਂ ਕਦੀ ਵੀ ਦੁਕਾਨ ਵਾਲੇ ਫਲੋਰ ਤੇ ਕਿਸੇ ਲੇਡੀਜ਼ ਨੂੰ ਨੌਕਰੀ ਨਹੀਂ ਦਿੱਤੀ. This is not a co-ed college. ਇਹ ਕੋਈ co-ed college ਨਹੀਂ ਹੈ. This is a factory. ਇਹ ਇੱਕ ਕਾਰਖਾਨਾ ਹੈ. When it comes to academics, ਜਦੋਂ ਸਿੱਖਿਆ ਦੀ ਗੱਲ ਆਉਂਦੀ ਹੈ, you are a first ranker throughout. ਤੁਸੀਂ ਸਾਰਿਆਂ ਵਿੱਚੋਂ ਪਹਿਲੇ ਨੰਬਰ ਤੇ ਹੋ. We appreciate that. ਅਸੀਂ ਇਸ ਦੀ ਸਰਾਹਨਾ ਕਰਦੇ ਹਾਂ. But people like you should work in research laboratories. ਪਰ ਲੋਕੀ ਪਸੰਦ ਕਰਦੇ ਹਨ ਕਿ ਤੁਹਾਨੂੰ ਰਿਸਰਚ ਲੈਬੋਰੇਟਰੀਜ਼ ਵਿੱਚ ਕੰਮ ਕਰਨਾ ਚਾਹੀਦਾ ਹੈ. I was a young girl from a small town, ਹੁਬਲੀ. ਮੈਂ ਇੱਕ ਨੌਜਵਾਨ ਕੁੜੀ ਸੀ ਇੱਕ ਛੋਟੇ ਜਿਹੇ ਨਗਰ ਹੁਬਲੀ ਤੋਂ. My world had been a limited place. ਜਿੱਥੇ ਮੈਂ ਰਹਿੰਦੀ ਹਾਂ ਉਸ ਦੀ ਜਗ੍ਹਾ ਲਿਮਿਟਡ ਹੈ. ਦੂਜਾ ਭਾਵ ਦਾ ਇਹ ਵੀ ਹੈ ਕਿ ਮੈਂ ਜਿਹੜੀ ਜਗ੍ਹਾ ਰਹਿੰਦੀ ਹਾਂ, ਮੈਂ ਬਸ ਉੱਥੋਂ ਦੇ ਲੋਕਾਂ ਦੇ ਕਾਰ ਵਿਵਹਾਰ ਨਾਲ ਹੀ ਸੀਮਤ ਹਾਂ. I did not know the ways of large corporate houses and their difficulties. So ਮੈਨੂੰ ਇਹਨਾਂ ਉਦਯੋਗਿਕ ਪਰਿਵਾਰਾਂ ਦੇ ਤੌਰ ਤਰੀਕੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਕੁਝ ਨਹੀਂ ਪਤਾ ਸੀ. So I answered, ਇਸ ਕਰਕੇ ਮੈਂ ਜਵਾਬ ਦਿੱਤਾ, but you must start somewhere. ਪਰ ਤੁਹਾਨੂੰ ਕਿਤੇ ਨਾ ਕਿਤੇ ਤਾਂ ਸ਼ੁਰੂਆਤ ਕਰਨੀ ਪਏਗੀ. Otherwise no woman will ever be able to work in your factories. ਨਹੀਂ ਤਾਂ ਕੋਈ ਔਰਤ ਕਦੀ ਵੀ ਤੁਹਾਡੇ ਕਿਸੇ ਕਾਰਖਾਨੇ ਵਿੱਚ ਕੰਮ ਨਹੀਂ ਕਰ ਪਾਏਗੀ. Finally, after a long interview, ਅਖੀਰ ਇੱਕ ਲੰਬੀ ਇੰਟਰਵਿਊ ਤੋਂ ਬਾਅਦ I was told, ਮੈਨੂੰ ਦੱਸਿਆ ਗਿਆ, I had been successful, ਕਿ ਮੈਂ ਕਾਮਯਾਬ ਹੋ ਚੁੱਕੀ ਸੀ. So this was that the future had in store for me. ਇਸ ਕਰਕੇ ਇਹ ਸਭ ਕੁਝ ਸੀ ਜੋ ਭਵਿੱਖ ਨੇ ਮੇਰੇ ਵਾਸਤੇ ਆਪਣੇ ਕਲਾਵੇ ਵਿੱਚ ਭਰਿਆ ਹੋਇਆ ਸੀ. Never had I thought I would take up a job in Pune. ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਪੂਨੇ ਜੌਬ ਕਰਨੀ ਪਏਗੀ. I met a shy young man from Karnataka there. ਇੱਥੇ ਮੈਂ ਇੱਕ ਬਹੁਤ ਹੀ ਸ਼ਰਮੀਲੇ ਨੌਜਵਾਨ ਜੋ ਕਿ ਕਰਨਾਟਕਾ ਤੋਂ ਸੀ ਨੂੰ ਮਿਲੀ. We became good friends and we got married. ਅਸੀਂ ਚੰਗੇ ਮਿੱਤਰ ਬਣ ਗਏ ਅਤੇ ਅਸੀਂ ਵਿਆਹ ਕਰਵਾ ਲਿਆ. It was only after joining Telco that I realized who JRD was. JRD ਕੌਣ ਸੀ ਇਹ ਮੈਨੂੰ ਟੈਲਕੋ ਜੁਆਇਨ ਕਰਨ ਤੋਂ ਬਾਅਦ ਹੀ ਪਤਾ ਚੱਲਿਆ. The uncrowned king of Indian industry. ਇਹ ਇੰਡੀਅਨ ਇੰਡਸਟਰੀ ਦਾ ਬਿਤਾਜ ਬਾਦਸ਼ਾਹ ਸੀ. Now I was scared. ਹੁਣ ਮੈਂ ਡਰ ਗਈ ਸੀ. But I did not get to meet him till I was transferred to Bombay. ਪਰ ਬੰਬੇ ਵਿੱਚ ਮੇਰੀ ਬਦਲੀ ਹੋਣ ਤੋਂ ਪਹਿਲਾਂ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਨਹੀਂ ਮਿਲਿਆ ਸੀ. One day I had to show some reports. ਇੱਕ ਦਿਨ ਮੈਨੂੰ ਕੁਝ ਰਿਪੋਰਟਸ ਦਿਖਾਣੀਆਂ ਪੈਣੀਆਂ ਸਨ. ਕਿਹਨੂੰ? To Mr. ਮੂਲਗਾਓਕਰ. ਮੂਲਗਾਓਕਰ ਨੂੰ. ਉਹ ਕੌਣ ਸੀ? Our chairman, ਜਿਹੜਾ ਸਾਡਾ ਚੇਅਰਮੈਨ ਸੀ, who we all knew as SM, ਜਿਹਨੂੰ ਕਿ ਅਸੀਂ SM ਕਰਕੇ ਜਾਣਦੇ ਸੀ. I was in his office on the first floor of Bombay House. ਮੈਂ ਬੰਬੇ ਹਾਊਸ ਦੇ ਫਸਟ ਫਲੋਰ ਦੇ ਆਫਿਸ ਵਿੱਚ ਬੈਠੀ ਸੀ when ਜਦੋਂ ਸਡਨਲੀ ਅਚਾਨਕ JRD walked in, ਕਿ JRD ਅੰਦਰ ਆਏ. That was the first time I saw Apro JRD. Apro means our.
in Gujarati. This was the affectionate term by which people at Bombay House called him. ਇਹ ਬੜੀ ਪਿਆਰ ਭਾਵਨਾ ਵਾਲਾ ਇੱਕ ਤਰੀਕਾ ਸੀ ਜਿਹਦੇ ਨਾਲ ਉਹ ਬੰਬੇ ਹਾਊਸ ਦੇ ਲੋਕ ਉਹਨਾਂ ਨੂੰ ਬੁਲਾਉਂਦੇ ਸੀ. I was feeling very nervous remembering my postcard episode. ਮੈਂ ਆਪਣੇ ਪੋਸਟਕਾਰਡ ਐਪੀਸੋਡ ਨੂੰ ਯਾਦ ਕਰਦੇ ਹੋਏ ਬੜਾ ਨਰਵਸ ਫੀਲ ਕਰ ਰਹੀ ਸੀ. SM introduced me nicely. SM यानी मिस्टर मूलगांवकर जो ਉਹਨਾਂ ਦਾ ਚੇਅਰਮੈਨ ਸੀ. SM introduced me nicely. ਉਹਨਾਂ ਨੇ ਮੈਨੂੰ ਬਹੁਤ ਅੱਛੀ ਤਰ੍ਹਾਂ ਉਹਨਾਂ ਨਾਲ ਮਿਲਵਾਇਆ. J, that's what his close associates called him. ਉਹਨਾਂ ਦੇ ਕਰੀਬੀ ਉਹਨਾਂ ਨੂੰ J ਕਹਿ ਕੇ ਬੁਲਾਉਂਦੇ ਸੀ. This young woman is an engineer and that to a post graduate. ਇਹ ਨੌਜਵਾਨ ਔਰਤ ਇੱਕ ਇੰਜੀਨੀਅਰ ਹੈ ਅਤੇ ਪੋਸਟ ਗ੍ਰੈਜੂਏਟ ਵੀ ਹੈ. She is the first woman to work on the telco shop floor. ਇਹ ਟੈਲਕੋ ਸ਼ੋ ਫਲੋਰ ਵਿੱਚ ਕੰਮ ਕਰਨ ਵਾਲੀ ਪਹਿਲੀ ਔਰਤ ਹੈ. JRD looked at me. JRD ਨੇ ਮੇਰੇ ਵੱਲ ਦੇਖਿਆ. I was praying. ਮੈਂ ਪ੍ਰਾਰਥਨਾ ਕਰ ਰਹੀ ਸੀ. He would not ask me ਕਿ ਉਹ ਮੇਰੇ ਕੋਲ ਨਹੀਂ ਪੁੱਛਣਗੇ any question, ਕੋਈ ਵੀ ਪ੍ਰਸ਼ਨ ਕਿਹਦੇ ਬਾਰੇ, about my interview, ਮੇਰੀ ਇੰਟਰਵਿਊ ਬਾਰੇ. ਬ੍ਰੈਕਟ ਵਿੱਚ ਕੀ ਲਿਖਿਆ, ਔਰ the postcard that preceded it. ਅਤੇ ਨਾ ਹੀ ਉਸ ਪੋਸਟਕਾਰਡ ਬਾਰੇ ਪੁੱਛਣਗੇ ਜੋ ਇਸ ਤੋਂ ਪਹਿਲਾਂ ਮੈਂ ਭੇਜਿਆ ਸੀ. Close to 50% of the students in today's engineering college are girls. ਅੱਜ ਦੇ ਇੰਜੀਨੀਅਰਿੰਗ ਕਾਲਜਸ ਵਿੱਚ ਲਗਭਗ 50% ਦੇ ਕਰੀਬ ਲੜਕੀਆਂ ਹਨ ਜੋ ਪੜ੍ਹ ਰਹੀਆਂ ਹਨ. ਐਂਡ देयर ਆਰ ਵੂਮਨ ਔਨ ਦਾ ਸ਼ੋ ਫਲੋਰ ਇਨ ਮੈਨੀ ਇੰਡਸਟਰੀ ਸੈਗਮੈਂਟਸ. ਅਤੇ ਉਦਯੋਗਿਕ ਖੰਡਾਂ ਵਿੱਚ ਕਈ ਸ਼ੋਪ ਫਲੋਰ ਤੇ ਹੁਣ ਵੂਮਨ ਕੰਮ ਕਰ ਰਹੀਆਂ ਹਨ. I see these changes and I think of JRD. ਮੈਂ ਇਹ ਸਾਰੀਆਂ ਚੇਂਜਸ ਦੇਖਦੀ ਹਾਂ ਅਤੇ JRD ਬਾਰੇ ਸੋਚਦੀ ਹਾਂ. If at all time stops and asks me what I want from life. ਜੇ ਸਮਾਂ ਕਿਤੇ ਰੁਕ ਕੇ ਮੈਨੂੰ ਪੁੱਛਦਾ ਹੈ ਕਿ ਉਹ ਹੁਣ ਜ਼ਿੰਦਗੀ 'ਚ ਕੀ ਚਾਹੁੰਦੀ ਹੈ, I would say, ਤਾਂ ਮੈਂ ਕਹਾਂਗੀ I wish, ਕਿ ਮੇਰੀ ਵਿਸ਼ ਹੈ JRD were alive today to see how the company he started has grown. ਕਿ ਉਹ ਦੇਖਦੇ ਕਿ ਕਿੱਦਾਂ ਉਹਨਾਂ ਨੇ ਜਿਹੜੀ ਕੰਪਨੀ ਸਟਾਰਟ ਕੀਤੀ ਉਹ ਹੁਣ ਕਿੰਨੀ ਗਰੋ ਕਰ ਚੁੱਕੀ ਹੈ. He would have enjoyed it wholeheartedly. ਤਾਂ ਇਸ ਨੂੰ ਪੂਰੀ